ਅੱਜ ਦਾ ਜਿਹੜਾ ਆਪਣਾ ਟੌਪਿਕ ਆ ਉਹ ਹੈਗਾ ਡਿਵੈਲਪਮੈਂਟ ਆਫ ਮੈਨੇਜਮੈਂਟ ਆਫ ਥੋਟ, ਥਰਡ ਚੈਪਟਰ ਆ। ਐਕਚੁਅਲ 'ਚ ਮੈਨੇਜਮੈਂਟ ਜਦੋਂ ਤੋਂ ਹਿਊਮਨ ਐਗਜ਼ਿਸਟ ਕਰਦਾ ਉਦੋਂ ਤੋਂ ਹੀ ਹੈ, ਕਿਉਂਕਿ ਆਪਾਂ ਸਟਾਰਟਿੰਗ ਤੋਂ ਕੁਛ ਨਾ ਕੁਛ ਤਾਂ ਮੈਨੇਜ ਕਰਦੇ ਹੀ ਆਏ ਹਾਂ, ਆਪਣਾ ਟਾਈਮ, ਆਪਣੇ ਡੇ ਟੂ ਡੇ ਰੂਟੀਨ। ਠੀਕ ਹੈ, ਇਸ ਲਈ ਆਪਾਂ ਇਸ ਚੈਪਟਰ 'ਚ ਪੜ੍ਹਨਾ ਕਿ ਜਿਹੜੇ ਮੈਨੇਜਮੈਂਟ ਥੋਟ ਨੇ ਉਹ ਕਿੰਨੀਆਂ ਸਟੇਜਿਸ 'ਚ ਸੀ। 3 ਸਟੇਜਿਸ 'ਚ ਡਿਵਾਈਡ ਨੇ, ਮਤਲਬ ਡਿਫਰੈਂਟ ਟਾਈਮ ਪੀਰੀਅਡ 'ਤੇ ਡਿਫਰੈਂਟ ਲੋਕਾਂ ਨੇ ਮੈਨੇਜਮੈਂਟ ਬਾਰੇ ਕੀ ਵਿਊ ਦਿੱਤੇ। ਉਹ ਮੈਨੇਜਮੈਂਟ ਥੋਟ ਨੂੰ 3 ਸਟੇਜਾਂ 'ਚ ਡਿਵਾਈਡ ਕੀਤਾ। ਕਲਾਸੀਕਲ ਥਿਊਰੀ, ਮਤਲਬ ਕਿ ਪੁਰਾਣੇ ਸਮੇਂ 'ਚ ਉਹ ਕੀ ਕਹਿ ਰਹੇ ਸੀ, ਨਿਊ ਕਲਾਸੀਕਲ ਥਿਊਰੀ ਅਤੇ ਮਾਡਰਨ ਥਿਊਰੀ। ਇਹਨਾਂ ਤਿੰਨਾਂ ਨੇ ਆਪਣੇ ਆਪਣੇ ਮੋਡਲ ਦਿੱਤੇ ਆ ਵੀ ਸਾਡਾ ਮੈਨੇਜਮੈਂਟ ਦੇ ਲਈ ਮਤਲਬ ਕੀ ਵਿਊ ਪੁਆਇੰਟ ਆ। ਕਲਾਸੀਕਲ ਥਿਊਰੀ 'ਚ 3 ਮਾਡਲ ਆ। ਬਿਊਰੋਕਰੈਟਿਕ ਮਾਡਲ ਜਿਹੜਾ ਮੈਕਸ ਵੈਬਰ ਨੇ ਦਿੱਤਾ 1900 'ਚ। ਸਾਇੰਟੀਫਿਕ ਮੈਨੇਜਮੈਂਟ ਹੈ ਜਿਹੜਾ ਉਹ FW ਟੇਲਰ ਨੇ ਦਿੱਤਾ 1910 'ਚ। ਜਿਹੜਾ ਪ੍ਰੋਸੈਸ ਮੈਨੇਜਮੈਂਟ ਆ ਉਹ ਹੈਨਰੀ ਫਿਊਲ ਨੇ ਦਿੱਤਾ ਹੈ 1910 'ਚ। ਨਿਊ ਕਲਾਸੀਕਲ ਥਿਊਰੀ ਹਿਊਮਨ ਰਿਲੇਸ਼ਨ ਮੈਨੇਜਮੈਂਟ ਦਿੱਤੀ ਆ ਐਲਟਨ ਮਾਓ ਨੇ। ਜਿਹੜਾ ਬਿਹੇਵੀਅਰਲ ਸਾਇੰਸ ਥਿਊਰੀ ਆ ਉਹ ਮਾਸਲੋ ਨੇ ਦਿੱਤੀ ਹੈ। ਜਿਹੜੀ ਮਾਡਰਨ ਥਿਊਰੀ ਉਹ ਹੈਗੀ ਕੁਆਲਿਟੇਟਿਵ ਅਪਰੋਚ, ਉਹ 1950 ਦੇ ਵਿੱਚ ਆਪਰੇਸ਼ਨ ਰਿਸਰਚ ਐਨਾਲਿਸਿਸ ਨੂੰ ਡਿਵੈਲਪ ਕਰਨ ਤੋਂ ਬਾਅਦ ਟੇਲਰ ਨੇ ਦਿੱਤੀ ਹੈ। ਆਪਾਂ 1 ਬਾਏ 1 ਇਹ ਸਾਰੀਆਂ ਪੜ੍ਹਾਂਗੇ। ਅੱਜ ਮੈਂ ਤੁਹਾਨੂੰ 1 ਜਾਂ 2 ਕਰਾ ਦਾਂਗੇ। ਉਸ ਤੋਂ ਬਾਅਦ ਸਿਸਟਮ ਅਪਰੋਚ ਹੈ ਇਹਦੇ 'ਚ। ਠੀਕ ਹੈ, ਕੰਟੀਜੈਂਸੀ ਅਪਰੋਚ ਹੈ, ਕੰਟੈਂਪਰਰੀ ਅਪਰੋਚ ਹੈ, ਮਾਡਰਨ ਅਪਰੋਚ। ਆਪਾਂ ਸਭ ਤੋਂ ਪਹਿਲਾਂ ਕਰਾਂਗੇ ਕਲਾਸੀਕਲ ਅਪਰੋਚ। ਜਿਹੜੀ ਕਲਾਸੀਕਲ ਅਪਰੋਚ ਆ ਉਹਨੇ ਕੀ ਕੀਤਾ ਕਿ ਇਹ ਦੱਸਿਆ ਕਿ ਮੈਨੇਜੀਰੀਅਲ ਜਿਹੜੀ ਮੈਨੇਜਮੈਂਟ ਉਹ ਕਿਹੜੀਆਂ ਟੈਕਨੀਕਸ 'ਚ ਕਿਹੜੇ ਅਫੇਅਰਸ 'ਚ ਯੂਜ਼ ਹੁੰਦੀ, ਮਤਲਬ ਕਿਹੜੇ ਕੰਮ ਲਈ ਉਹ ਯੂਜ਼ ਹੁੰਦੀ ਹੈ। ਠੀਕ ਆ, ਇਹ ਡਿਵੈਲਪ ਕਿਹਨੇ ਕੀਤਾ ਸੀਗਾ ਤੁਹਾਨੂੰ ਸਭ ਨੂੰ ਪਤਾ ਹੈ, ਮੈਕਸ ਵੈਬਰ ਨੇ ਕੀਤਾ ਸੀਗਾ। ਅਤੇ ਸਟਾਰਟਿੰਗ 'ਚ ਇਹ 1900 ਸੈਂਚੁਰੀ ਤੋਂ ਪਹਿਲਾਂ ਕੀਤਾ ਗਿਆ। ਮੈਕਸ ਵੈਬਰ ਨੇ ਦਿੱਤਾ ਬਿਊਰੋਕਰੈਟਿਕ ਮੈਨੇਜਮੈਂਟ। ਬਿਊਰੋਕਰੈਟਿਕ ਮੈਨੇਜਮੈਂਟ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਗਵਰਨਮੈਂਟ ਔਰਗੇਨਾਈਜੇਸ਼ਨ 'ਚ ਬਿਊਰੋਕਰੈਟਿਕ ਮੈਨੇਜਮੈਂਟ, ਬਿਊਰੋਕਰੈਟਸ ਮੀਨਸ ਉਹ ਪਰਸਨ ਜਿਹੜੇ ਕਿਸੇ ਐਗਜ਼ਾਮ ਨੂੰ ਕਲੀਅਰ ਕਰਨ ਤੋਂ ਬਾਅਦ ਕਿਸੇ ਡਿਪਾਰਟਮੈਂਟ ਦੇ ਵਿੱਚ ਆਪਣਾ ਕੋਈ ਅਹੁਦਾ ਸੰਭਾਲਦੇ ਆ। ਉਹਨੂੰ ਇਨ ਐਕਚੁਅਲ 'ਚ ਮੈਨੇਜਮੈਂਟ 'ਤੇ ਉਹਨੇ ਕੋਈ ਸਟੱਡੀ ਨਹੀਂ ਕੀਤੀ ਹੁੰਦੀ, ਬਟ ਉਸ ਲੈਵਲ 'ਤੇ ਕੰਮ ਕਰਦਾ, ਇਸ ਕਰਕੇ ਉਹਨੂੰ ਸਭ ਕੁਛ ਮੈਨੇਜ ਕਰਨਾ ਪੈਂਦਾ ਆ। ਮੈਕਸ ਵੈਬਰ ਕੀ ਸੀ, ਇੱਕ ਜਰਮਨ ਸੋਸ਼ੋਲੋਜਿਸਟ ਸੀਗਾ ਬਰਲਿਨ ਦੇ ਯੂਨੀਵਰਸਿਟੀ ਦੇ ਵਿੱਚ ਉਹ ਟੀਚਰ ਸੀਗਾ। ਉਹਨੇ ਇੱਕ ਬਿਊਰੋਕਰੈਟਿਕ ਮਾਡਲ ਡਿਵੈਲਪ ਕੀਤਾ। ਉਹਦੇ ਮੁਤਾਬਿਕ ਕਹਿੰਦਾ ਰੈਕੋਗਨੀਸ਼ਨ ਅਤੇ ਐਕਸਾਈਜ਼ ਕਰਨਾ ਅਥੋਰਟੀ ਨੂੰ ਫੰਡਾਮੈਂਟਲ ਕੁਐਸਚਨ ਆ। ਹੁਣ ਜਿਹੜਾ ਵੀ ਬੰਦਾ ਮੈਨੇਜ ਕਰੂਗਾ, ਠੀਕ ਆ, ਉਹਦੇ ਕੋਲ ਅਥੋਰਟੀ ਹੋਣੀ ਚਾਹੀਦੀ। ਠੀਕ ਹੈ, ਅਗਰ ਅਥੋਰਟੀ ਹੋਊਗੀ ਤਾਂ ਕੋਈ ਨਾ ਕੋਈ ਉਹਦਾ ਜਿਹੜਾ ਅਹੁਦਾ ਹੋਊਗਾ ਉਹਨੂੰ ਰੈਕੋਗਨਾਈਜ਼ ਕਰੂਗਾ ਅਤੇ ਉਹ ਆਪਣੀ ਅਥੋਰਟੀ ਐਕਸਾਈਜ਼ ਕਰੂਗਾ। ਹੁਣ ਬਿਊਰੋਕਰੈਟ ਆਪਣੀ ਅਥੋਰਟੀ ਰੈਕੋਗਨਾਈਜ਼ ਕਰਦੇ ਹੈ ਕਿਉਂਕਿ ਉਹਨਾਂ ਕੋਲ ਪਾਵਰ ਹੁੰਦੀ ਹੈ, ਅਤੇ ਉਹ ਆਪਣੀ ਅਥੋਰਟੀ ਐਕਸਾਈਜ਼ ਵੀ ਕਰਦੇ ਹੈ। ਉਹਨੇ ਦੱਸਿਆ ਵਾਟ ਇਜ਼ ਅਥੋਰਟੀ, ਹਾਊ ਸਬੋਰਡੀਨੇਟ ਐਕਸੈਪਟ ਦ ਐਕਸਾਈਜ਼ ਆਫ ਸੁਪੀਰੀਅਰ। ਮਤਲਬ ਅਥੋਰਟੀ ਕੀ ਆ, ਅਥੋਰਟੀ ਕੀ ਕਿਸੇ ਤੋਂ ਕੰਮ ਕਰਾਉਣ ਦਾ ਪਾਵਰ, ਅਤੇ ਸੁਪੀਰੀਅਰ ਐਕਸੈਪਟ ਕਿਉਂ ਕਰਦੇ ਆ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਉਹ ਬੰਦਾ ਸਾਡਾ ਬੌਸ ਹੈ। ਠੀਕ ਆ, ਅਥੋਰਟੀ 3 ਤਰ੍ਹਾਂ ਦੀ ਹੋ ਸਕਦੀ, ਕ੍ਰਿਜ਼ਮੈਟਿਕ, ਟ੍ਰੈਡੀਸ਼ਨਲ ਅਤੇ ਬਿਊਰੋਕਰੈਟਿਕ। ਕ੍ਰਿਜ਼ਮੈਟਿਕ ਕੀ ਹੁੰਦਾ ਕਿ ਕਿਸੇ ਪਰਸਨ ਦੇ ਕੁਛ ਐਕਸੈਪਸ਼ਨਲ ਕੁਆਲਿਟੀਜ਼ ਨੇ ਜਿਹਦੇ ਕਰਕੇ ਉਸ ਪਰਸਨ ਦੇ ਹਰੇਕ ਆਰਡਰ ਨੂੰ ਫੋਲੋ ਕੀਤਾ ਜਾਂਦਾ ਹੈ। ਕ੍ਰਿਜ਼ਮੋਸ ਪਰਸਨ ਦੀ ਪਰਸਨੈਲਿਟੀ ਇੱਦਾਂ ਦੀ ਹੈ। ਠੀਕ ਹੈ, ਕ੍ਰਿਜ਼ਮੈਟਿਕ ਲੀਡਰ ਆ ਜਿਹੜੇ ਖਤਮ ਹੋ ਜਾਣ ਜਦੋਂ ਉਹਨਾਂ ਦੀ ਡੈਥ ਹੋ ਜਾਵੇ ਤਾਂ ਜ਼ਰੂਰੀ ਨਹੀਂ ਕਿ ਜਿਹੜਾ ਸਨ ਆ ਉਹਨੂੰ ਰਿਪਲੇਸ ਕਰੂਗਾ, ਕਿਉਂਕਿ ਹਰੇਕ ਪਰਸਨ ਦੀ ਪਰਸਨੈਲਿਟੀ ਕੀ ਕਰਦੀ ਆ, ਵੈਰੀ। ਉਸ ਤੋਂ ਬਾਅਦ ਬਿਊਰੋਕਰੈਟਿਕ ਔਰਗੇਨਾਈਜੇਸ਼ਨ ਦੇ ਵਿੱਚ ਮੈਕਸ ਵੈਬਰ ਨੇ ਕਿਹਾ ਮੋਸਟਲੀ ਜਿਹੜੀ ਐਫੀਸ਼ੀਐਂਟ ਫਾਰਮ ਆਫ ਔਰਗੇਨਾਈਜੇਸ਼ਨ ਹੁੰਦੀ ਹੈ ਲੀਗਲ ਲੀਗਲ ਹੁੰਦੀ, ਮਤਲਬ ਰੈਸ਼ਨਲੀ ਉਹ ਪਰਸਨ ਉਸ ਚੀਜ਼ ਨੂੰ ਡਿਜ਼ਰਵ ਕਰਦਾ ਹੁੰਦਾ, ਕੋਈ ਲੀਗਲ ਹਾਇਰ ਵਗੈਰਾ ਨਹੀਂ ਹੁੰਦਾ। ਟਰਡੀਸ਼ਨਲ ਲੀਡਰ ਕੀ ਹੁੰਦੇ ਸੀਗੇ ਕਿ ਜਿਵੇਂ ਪਹਿਲਾਂ ਫਾਦਰ ਲੀਡ ਕਰੂਗਾ ਫਿਰ ਉਹਦਾ ਸਨ ਲੀਡ ਕਰੂਗਾ। ਅਤੇ ਬਿਊਰੋਕਰੈਟਿਕ ਤੁਹਾਨੂੰ ਮੈਂ ਦੱਸ ਦਿੱਤਾ ਕਿ ਇੱਕ ਔਰਗੇਨਾਈਜੇਸ਼ਨ ਦੇ ਵਿੱਚ ਬੰਦਾ ਜਿਹੜਾ ਲੀਗਲੀ ਆਪਣਾ ਐਗਜ਼ਾਮ ਕਲੀਅਰ ਕਰਕੇ ਆਉਂਦਾ, ਸਾਰੇ ਰੂਲਸ ਐਂਡ ਰੈਗੂਲੇਸ਼ਨ ਨੂੰ ਫੋਲੋ ਕਰੂਗਾ, ਉਹ ਸਾਰੀਆਂ ਚੀਜ਼ਾਂ ਨੇ। ਫੀਚਰਸ ਕੀ ਆ, ਕਲੀਅਰ ਹਾਇਰਾਰਕੀ ਆਫ ਅਥੋਰਟੀ, ਜਿਹੜਾ ਬੰਦਾ ਹੁਣ ਬਿਊਰੋਕਰੈਟ ਆ ਉਹਦੀ ਕਲੀਅਰ ਅਥੋਰਟੀ ਹੁੰਦੀ ਆ ਵੀ ਆਹ ਕੰਮ ਤੂੰ ਲਾਇਬਲ ਆ ਕਰਨ ਲਈ, ਆਹ ਕੰਮ ਤੂੰ ਕਰਾ ਸਕਦਾ, ਇਹਦੇ ਲਈ ਤੇਰੇ ਕੋਲ ਆਹ ਪਾਵਰਸ ਨੇ, ਆਹ ਪਰਸਨ ਤੇਰੇ ਮਤਲਬ ਅੰਡਰ ਕੰਮ ਕਰਨਗੇ ਔਰ ਇਹ ਤੈਨੂੰ ਰਿਸਪੋਂਸੀਬਲ ਹੋਣਗੇ। ਠੀਕ ਹੈ, ਸੁਪੀਰੀਅਰ ਅਤੇ ਸਬੋਰਡੀਨੇਟ ਦਾ ਕਲੀਅਰ ਰਿਲੇਸ਼ਨ ਹੁੰਦਾ ਵੀ ਆਹ ਬੰਦਾ ਹਾਇਰ ਲੈਵਲ 'ਤੇ, ਆਹ ਬੰਦਾ ਲੋਅਰ ਲੈਵਲ 'ਤੇ ਆ। ਡਿਵੀਜ਼ਨ ਆਫ ਵਰਕ ਵੀ ਪ੍ਰੋਪਰ ਹੁੰਦੀ, ਸਪੈਸ਼ਲਾਈਜੇਸ਼ਨ ਦੇ ਬੇਸ 'ਤੇ ਕਿਹੜਾ ਬੰਦਾ ਕੀ ਕੰਮ ਕਰ ਰਿਹਾ ਹੈ। ਉਸ ਤੋਂ ਪਰਸਨਲ ਅਤੇ ਅਫੀਸ਼ੀਅਲ ਮੈਟਰ ਡਿਫਰ ਹੁੰਦੇ। ਡਿਵੋਰਸ ਦਾ ਮਤਲਬ ਕਿ ਦੋਨੋਂ ਡਿਫਰੈਂਟ ਹੈ। ਕੋਈ ਵੀ ਬੰਦਾ ਆਪਣੇ ਪਰਸਨਲ ਅਤੇ ਪ੍ਰੋਫੈਸ਼ਨਲ ਮੈਟਰ ਨੂੰ ਮਿਕਸ ਨਹੀਂ ਕਰ ਸਕਦਾ। ਕਲੀਅਰ ਡਿਵੀਜ਼ਨ ਹੁੰਦੇ, ਪਰਸਨਲ ਕੰਮ ਕਿਹੜੇ, ਪ੍ਰੋਫੈਸ਼ਨਲ ਕੰਮ
ਕਿਹੜੇ ਉਸ ਤੋਂ ਬਾਅਦ ਸਿਸਟਮਸ ਆਫ ਰੂਲਸ ਐਂਡ ਰੈਗੂਲੇਸ਼ਨ ਬਣੇ ਹੁੰਦੇ ਵੀ ਕਿਸ ਅੰਡਰ ਤੁਸੀਂ ਕੰਮ ਕਰਨਾ ਆ, ਕਿਸ ਅਕੋਰਡਿੰਗ ਤੁਹਾਡੇ ਅੰਡਰ ਲੋਕ ਕੰਮ ਕਰਨਗੇ, ਕਿਹੜੀਆਂ ਇੰਟਰੈਕਸ਼ਨਸ ਤੁਸੀਂ ਦੇ ਸਕਦੇ ਹੋ, ਕਿਹੜਾ ਕੰਮ ਤੁਸੀਂ ਕਰ ਸਕਦੇ ਹੋ, ਕਿੰਨੀਆਂ ਤੁਹਾਡੀਆਂ ਪਾਵਰਸ ਨੇ। ਹੁਣ ਇੱਕ ਮੰਨ ਲਓ ਕਮਿਸ਼ਨਰ ਆ, ਉਹ ਲੁਧਿਆਣੇ ਦਾ ਕਮਿਸ਼ਨਰ ਆ, ਉਹ ਲੁਧਿਆਣੇ 'ਚ ਰੂਲਸ ਐਂਡ ਰੈਗੂਲੇਸ਼ਨ ਲਾਗੂ ਕਰ ਸਕਦਾ ਆ, ਬਟ ਉਹ ਐਂ ਥੋੜ੍ਹੀ ਜਾ ਕੇ ਬਠਿੰਡੇ ਵੀ ਆਪਣੇ ਰੂਲਸ ਐਂਡ ਰੈਗੂਲੇਸ਼ਨ ਚਲਾਊਗਾ। ਉਹ ਬਠਿੰਡੇ ਵਾਲਾ ਬਠਿੰਡੇ 'ਚ ਜਿਹੜਾ ਕਮਿਸ਼ਨਰ ਹੋਊਗਾ ਉਹ ਦੇਖੂਗਾ। ਕੰਪੀਟੈਂਸੀ ਬੇਸ ਪ੍ਰਮੋਸ਼ਨ, ਜਿਹੜਾ ਬੰਦਾ ਮਤਲਬ ਜਿਹੜਾ ਬੰਦਾ ਐਫੀਸ਼ੀਐਂਟ ਹੋਊਗਾ ਸਿਰਫ ਉਹਨੂੰ ਪ੍ਰਮੋਸ਼ਨ ਮਿਲਦਾ ਹੈ, ਬਾਕੀਆਂ ਨੂੰ ਪ੍ਰਮੋਸ਼ਨ ਨਹੀਂ ਮਿਲਦਾ, ਮਤਲਬ ਪਰਫੋਰਮੈਂਸ 'ਤੇ ਬੇਸ ਹੋਊਗਾ ਤੁਹਾਡਾ। ਠੀਕ ਹੈ, ਇਵੈਲੂਏਸ਼ਨ ਪੜ੍ਹ ਲਿਓ, ਜ਼ਿਆਦਾ ਮਤਲਬ ਡਿਫੀਕਲਟ ਨਹੀਂ ਕਿ ਬੈਨੀਫਿਟ ਕੀ ਹੁੰਦੇ ਬਿਊਰੋਕਰੇਸੀ ਦੇ। ਹੁਣ ਤੁਸੀਂ ਮੈਨੂੰ ਦੱਸੋ, ਹਰੇਕ ਰੂਲ ਐਂਡ ਪ੍ਰੋਸੀਜਰ ਡਿਫਾਈਡ ਆ, ਹਰੇਕ ਬੰਦੇ ਨੂੰ ਪਤਾ ਉਹਨੇ ਕੰਮ ਕੀ ਕਰਨਾ। ਜਿਹੜੀ ਅਨਨੈਸੈਸਰੀ ਇੰਪਲੋਏ ਦਾ ਬਿਹੇਵੀਅਰ ਆ, ਮਤਲਬ ਲੜਾਈ ਝਗੜੇ ਉਹ ਘੱਟ ਹੋਣਗੇ, ਕਿਉਂਕਿ ਹਰੇਕ ਨੂੰ ਪਤਾ ਵੀ ਕੌਣ ਕਿਸ ਚੀਜ਼ ਲਈ ਰਿਸਪੋਂਸੀਬਲ ਹੈ। ਉਸ ਬਾਅਦ ਰਿਸਪੋਂਸੀਬਿਲਿਟੀ ਆਏ ਲਿਖਿਆ ਅਗਲਾ ਪੁਆਇੰਟ ਵੀ, ਡਿਊਟੀਜ਼ ਅਤੇ ਰਿਸਪੋਂਸੀਬਿਲਿਟੀ ਸਭ ਨੂੰ ਕਲੀਅਰਲੀ ਪਤਾ ਨੇ। ਪ੍ਰਮੋਸ਼ਨ ਦਾ ਵੀ ਪਤਾ ਕਿ ਅਸੀਂ ਅਗਰ ਆਹ ਕੰਮ ਕਰਾਂਗੇ ਤਾਂ ਪ੍ਰਮੋਸ਼ਨ ਮਿਲੂਗੀ, ਅਗਰ ਨਹੀਂ ਕਰਾਂਗੇ ਪ੍ਰੋਪਰ ਤਾਂ ਨਹੀਂ ਮਿਲੂਗੀ। ਸਿਲੈਕਸ਼ਨ ਦਾ ਪ੍ਰੋਸੀਜਰ ਕਲੀਅਰ ਆ, ਕੰਮ ਪਰ ਜਿਹੜੇ ਆਪਾਂ ਫੀਚਰਸ ਪੜ੍ਹੇ ਨੇ ਉਹੀ ਇਹਦੀਆਂ ਕੀ ਨੇ ਐਡਵਾਂਟੇਜ ਦਾ। ਡਿਵੀਜ਼ਨ ਆਫ ਲੇਬਰ ਆ, ਔਰਗੇਨਾਈਜੇਸ਼ਨ ਕਦੇ ਵੀ ਸਫਰ ਨਹੀਂ ਕਰਦੇ। ਅਗਰ ਇੱਕ ਬੰਦੇ ਦੀ ਡੈਥ ਹੋ ਗਈ ਜਿਹੜਾ ਦੂਜਾ ਪਰਸਨ ਹੋਊਗਾ ਉਹ ਆ ਜਾਊਗਾ, ਜਿਹੜਾ ਜੋਬ 'ਚ ਆਊਗਾ ਐਗਜ਼ਾਮ ਕਲੀਅਰ ਕਰਕੇ। ਡਿਸਐਡਵਾਂਟੇਜਸ ਕੀ ਹੈ, ਟੈਪਿਜ਼ਮ ਅਤੇ ਪੇਪਰ ਵਰਕ ਬਹੁਤ ਆ। ਤੁਸੀਂ ਖੁਦ ਜਾਓ ਸਰਕਾਰੀ ਕੰਮ ਕਰਨ ਜਾਂਦੇ ਹੋ, ਅਗਲਾ ਤਾਂ ਪਹਿਲਾਂ ਆਹ ਫਾਈਲ ਲਿਆਓ, ਫਿਰ ਉਹ ਫਾਈਲ ਲਿਆਓ, ਫਿਰ ਰਿਸ਼ਵਤਖੋਰੀ ਵੀ ਹੈ। ਇੰਪਲੋਇਜ਼ ਦੀ ਕਦੇ ਵੀ ਆਰਗੇਨਾਈਜੇਸ਼ਨ ਨਾਲ ਬਿਲੋਂਗਿੰਗਨੈਸ ਡਿਵੈਲਪ ਨਹੀਂ ਹੁੰਦੀ। ਹੁਣ ਜਿਸ ਆਰਗੇਨਾਈਜੇਸ਼ਨ ਦਾ ਮੈਂ ਖੁਦ ਮਾਲਕ ਹਾਂ ਉਹ 'ਚ ਬੰਦੇ ਨੂੰ ਰਹਿੰਦਾ ਵੀ ਯਾਰ ਇਹ ਮੇਰੀ ਆਰਗੇਨਾਈਜੇਸ਼ਨ ਹੈ, 'ਚ ਕੋਈ ਘਾਟਾ ਨਾ ਹੋਵੇ, ਕੋਈ ਮਤਲਬ ਇਹਦੀ ਗੁੱਡਵਿਲ ਖਰਾਬ ਨਾ ਹੋਵੇ। ਬਟ ਜਿਹੜੀ ਆਰਗੇਨਾਈਜੇਸ਼ਨ ਸਰਕਾਰ ਦੀ ਆ ਉੱਥੇ ਸਾਡੀ ਬਿਲੋਂਗਿੰਗਨੈਸ ਡਿਵੈਲਪ ਨਹੀਂ ਹੁੰਦੀ। ਜਿਹੜੇ ਰੂਲਸ ਐਂਡ ਰੈਗੂਲੇਸ਼ਨ ਉਹ ਬਣ ਜਾਂਦੇ ਆ ਬਟ ਐਕਚੁਅਲ 'ਚ ਫੋਲੋ ਨਹੀਂ ਕੀਤੇ ਜਾਂਦੇ। ਠੀਕ ਆ, ਅਤੇ ਜੇ ਵੀ ਕੋਈ ਚੇਂਜ ਆ ਜਾਂਦਾ ਤਾਂ ਜਿਹੜੇ ਗਵਰਨਮੈਂਟ ਇੰਪਲੋਈਜ਼ ਹੁੰਦੇ ਨੇ, ਜਿਹੜੇ ਬਿਊਰੋਕਰੈਟਸ ਹੁੰਦੇ ਨੇ, ਉਸ ਚੇਂਜ ਨੂੰ ਛੇਤੀ ਐਕਸੈਪਟ ਨਹੀਂ ਕਰਦੇ। ਸਾਇੰਟੀਫਿਕ FW ਟੇਲਰ, ਸਾਇੰਟੀਫਿਕ ਮੈਨੇਜਮੈਂਟ ਕੀ ਆ, ਇਹ ਜਿਹੜੀ ਆਹ ਸਾਰੀਆਂ ਚੀਜ਼ਾਂ ਨੇ ਹਿਸਟਰੀ ਹੈ, ਤੁਸੀਂ ਅਗਰ ਪੜ੍ਹਨੀ ਹੋਈ ਪੜ੍ਹ ਲਿਓ, ਵੈਸੇ ਇੰਨੀ ਜ਼ਿਆਦਾ ਇਹਦੀ ਜ਼ਰੂਰਤ ਨਹੀਂ ਹੈਗੀ। ਠੀਕ ਆ, ਥੋੜ੍ਹਾ ਜਿਹਾ ਉੱਪਰ ਲਿਖ ਲਿਓ ਕਿ ਸਾਇੰਟੀਫਿਕ ਮੈਨੇਜਮੈਂਟ ਕੀ FW ਟੇਲਰ ਨੇ ਦਿੱਤਾ ਸੀਗਾ। ਇਹਨੇ ਕੀਤਾ ਕਿ ਜਿਹੜਾ ਵਰਕ ਆਫ ਮੈਨੇਜਮੈਂਟ ਜਿਹੜਾ ਅਸੀਂ ਕੰਮ ਆ ਉਹਨੂੰ ਇੱਕ ਸਾਇੰਟੀਫਿਕ ਵੇ ਨਾਲ ਮੈਨੇਜ ਕਰ ਸਕਦਾ। ਸਾਡੇ ਟ੍ਰਡੀਸ਼ਨਲ ਰੂਲਸ ਐਂਡ ਰੈਗੂਲੇਸ਼ਨ ਫੋਲੋ ਕਰਨ ਦੀ ਜ਼ਰੂਰਤ ਨਹੀਂ ਹੈਗੀ, ਇਹਦਾ ਹੀ ਕਹਿਣਾ ਸੀਗਾ। ਇਹ ਤੁਸੀਂ ਸਾਰਾ ਪੜ੍ਹਿਆ ਹੋਇਆ ਆ। ਪ੍ਰਿੰਸੀਪਲਸ ਆਫ ਸਾਇੰਟੀਫਿਕ ਮੈਨੇਜਮੈਂਟ ਵੀ ਪੜ੍ਹੇ ਹੋਏ ਨੇ। ਠੀਕ ਆ, ਅੱਜ ਮੈਂ ਤੁਹਾਨੂੰ ਕਰਾਈ ਦੇਣਾ ਚਾਹੀਦਾ। ਪ੍ਰਿੰਸੀਪਲਸ ਆਫ ਸਾਇੰਟੀਫਿਕ ਮੈਨੇਜਮੈਂਟ ਕੀ ਹੈ, ਰਿਪਲੇਸਮੈਂਟ ਆਫ ਰੂਲ ਆਫ ਥੰਬ। ਰੂਲ ਆਫ ਥੰਬ ਕੀ ਹੁੰਦਾ ਕਿ ਸਾਇੰਟੀਫਿਕ ਮੈਨੇਜਮੈਂਟ ਕਹਿੰਦਾ ਕਿ ਤੁਸੀਂ ਹਰੇਕ ਚੀਜ਼ ਨੂੰ ਪ੍ਰੋਪਰ ਪਲੈਨ ਕਰੋ। ਇਹ ਨਾ ਕਰੋ ਕਿ ਜਿਹੜੀ ਵੀ ਚੀਜ਼ ਆ ਗਈ ਕਰੀ ਚੱਲੋ। ਜਿਵੇਂ ਪਹਿਲਾਂ ਕਿ ਅਸੀਂ ਮੋਸਟਲੀ ਆਰਗੇਨਾਈਜੇਸ਼ਨ ਹੁੰਦੀ ਸੀਗੀ, ਉਹ 'ਚ ਜਿਹੜਾ ਕੰਮ ਚੱਲਦਾ ਆ, ਮਤਲਬ ਮੰਨ ਲਓ ਕੋਈ ਸਾਈਕਲ ਪਾਰਟ ਦੀ ਪ੍ਰੋਡਕਸ਼ਨ ਉਹ ਕਰੀ ਜਾਂਦੇ ਸੀ, ਵੇਚੀ ਜਾਂਦੀ ਸੀ, ਕੋਈ ਐਸਟੀਮੇਟ ਨਹੀਂ ਸੀ ਕਰਦਾ ਕਿ ਕਿਸ ਤਰ੍ਹਾਂ ਅਸੀਂ ਆਪਣੀ ਕੋਸਟ ਘਟਾ ਸਕਦੇ ਹਾਂ, ਕਿਸ ਤਰ੍ਹਾਂ ਅਨਨੈਸੈਸਰੀ ਆਪਰੇਸ਼ਨ ਨੂੰ ਖਤਮ ਕਰ ਸਕਦੇ ਹਾਂ, ਕਿਸ ਤਰ੍ਹਾਂ ਇੱਕ ਸਟੈਂਡਰਡ ਆਫ ਪ੍ਰੋਡਕਸ਼ਨ ਅਸੀਂ ਫੋਲੋ ਕਰ ਸਕਦੇ ਹਾਂ, ਕਿਸ ਤਰ੍ਹਾਂ ਅਸੀਂ ਡਿਟਰਮਾਈਨ ਕਰ ਸਕਦੇ ਹਾਂ ਕਿ ਇਸ ਪ੍ਰੋਡਕਟ ਦੀ ਨੀਡ ਹੈ ਨਹੀਂ, ਇਹਨੂੰ ਨਾ ਬਣਾਈਏ। ਇਹ ਸਾਰੀਆਂ ਚੀਜ਼ਾਂ ਨਹੀਂ ਸੀਗੀਆਂ। ਇਸ ਕਰਕੇ ਰੂਲ ਆਫ ਥੰਬ ਦੇ ਵਿੱਚ ਕੀ ਕੀਤਾ, ਉਹ ਕਹਿੰਦਾ ਵਰਕ ਨੂੰ ਪ੍ਰੋਪਰਲੀ ਸਟੱਡੀ ਕਰੋ, ਤੁਸੀਂ ਦੇਖੋ ਕਿ ਉਹਦੇ 'ਚ ਕਿਹੜੀ ਚੀਜ਼ ਅਨਨੈਸੈਸਰੀ ਉਹਨੂੰ ਖਤਮ ਕਰ ਦਿਓ। ਇੱਕ ਸਟੈਂਡਰਡ ਸੈੱਟ ਕਰੋ ਕਿ ਜਿਹੜੀ ਪ੍ਰੋਡਕਸ਼ਨ ਆਫ ਦਾ ਪ੍ਰੋਸੀਜਰ ਹੋਊਗਾ ਉਹ ਇਹੀ ਹੋਊਗਾ। ਇੰਪਲੋਏ ਨੂੰ ਸਾਇੰਟੀਫਿਕ ਢੰਗ ਨਾਲ ਸਿਲੈਕਟ ਕਰੋ, ਮਤਲਬ ਜਿਹੜੇ ਬੰਦੇ ਕੁਆਲੀਫਾਈਡ ਆ ਸਿਰਫ ਉਹਨਾਂ ਨੂੰ, ਔਰ ਜਿਸ ਜੋਬ ਲਈ ਕੁਆਲੀਫਾਈਡ ਆ ਰਾਈਟ ਜੋਬ ਐਟ ਰਾਈਟ ਪਲੇਸ ਹੋਣੇ ਚਾਹੀਦੇ ਨੇ। ਮਤਲਬ ਡਿਫਰੈਂਸ਼ੀਅਲ ਪੀਸ ਰੇਟ ਸਿਸਟਮ ਫੋਲੋ ਕਰੋ, ਮਤਲਬ ਕਿ ਇੰਪਲੋਇਜ਼ ਨੂੰ ਕਹਿ ਦਿਓ ਅਗਰ ਤੁਸੀਂ ਇੰਨੀ ਪ੍ਰੋਡਕਸ਼ਨ ਕਰੋਗੇ ਤਾਂ ਤੁਹਾਨੂੰ ਇੰਨਾ ਵੇ ਰੇਟ ਮਿਲੂਗਾ, ਇੰਨੀ ਕਰੋਗੇ ਤਾਂ ਇੰਨਾ ਕਰੂਗਾ। ਓਬਵੀਅਸ ਅਲੱਗ ਕਿਸੇ ਨੂੰ ਵੱਧ ਪ੍ਰੋਡਕਸ਼ਨ ਕਰਨ 'ਤੇ ਵੱਧ ਰੇਟ ਮਿਲੂਗਾ ਤਾਂ ਉਹ ਬੈਟਰ ਕੰਮ ਕਰਨ ਦੀ ਕੋਸ਼ਿਸ਼ ਕਰਨਗੇ। ਕੋਆਪਰੇਸ਼ਨ ਕੀ ਹੁੰਦਾ, ਵਿਲਿੰਗਨੈਸ। ਕੋਆਰਡੀਨੇਸ਼ਨ ਦਾ ਧੱਕੇ ਨਾਲ ਮੈਂ ਤੁਹਾਨੂੰ ਕਹਾਂ ਵੀ ਕੋਆਰਡੀਨੇਟ ਕਰੋ ਨਹੀਂ ਤੁਹਾਨੂੰ ਸਜ਼ਾ ਮਿਲੂਗੀ ਜਾਂ ਤੁਹਾਡੇ ਫਾਈਨ ਲੱਗੂ, ਤੁਹਾਨੂੰ ਕੱਢ ਦਿੱਤਾ ਜਾਊਗਾ ਜੇ ਤੁਸੀਂ ਆਹ ਕੰਮ ਨਹੀਂ ਕੀਤਾ। ਕੋਆਪਰੇਸ਼ਨ ਕਹਿੰਦਾ ਮਿਊਚੁਅਲ ਅੰਡਰਸਟੈਂਡਿੰਗ ਡਿਵੈਲਪ ਕਰਨੀ ਆ, ਮਿਊਚੁਅਲੀ ਇੱਕ ਦੂਜੇ ਨਾਲ ਕੋਆਪਰੇਟ ਦਿਲੋਂ ਕਰਨ ਦੀ ਕੋਸ਼ਿਸ਼ ਕਰਨੀ। ਜਿਵੇਂ ਕਿ ਫੈਮਿਲੀ ਮੈਂਬਰਸ ਇੱਕ ਦੂਜੇ ਨਾਲ ਕੋਆਪਰੇਟ ਕਰਦੇ ਨੇ ਦਿਲੋਂ, ਉਹਨਾਂ ਨੂੰ ਪਤਾ ਹੁੰਦਾ ਜਿਹੜੀ ਸਾਡੀ ਸਾਰਿਆਂ ਦੀ ਲਾਈਫ ਹੈ ਇੱਕ ਦੂਜੇ ਨਾਲ ਜੁੜੀ ਹੋਈ ਹੈ। ਉਸੇ ਤਰ੍ਹਾਂ ਅਸੀਂ ਕੋਆਪਰੇਸ਼ਨ ਡਿਵੈਲਪ ਕਰਨੀ ਹੈ ਆਰਗੇਨਾਈਜੇਸ਼ਨ ਦੇ ਵਿੱਚ, ਵਰਕਰ ਦੇ ਵਿੱਚ, ਮੈਨੇਜਮੈਂਟ ਦੇ ਵਿੱਚ। ਡਿਵੈਲਪਮੈਂਟ ਆਫ ਵਰਕਰ ਕੀ ਹੁੰਦਾ ਕਿ ਵਰਕਰ ਸਾਡੀ ਆਰਗੇਨਾਈਜੇਸ਼ਨ 'ਚ ਬਹੁਤ ਵਧੀਆ ਰੋਲ ਪਲੇ ਕਰਦੇ ਨੇ। ਅਗਰ ਉਹ ਐਫਰਟ ਨਹੀਂ ਕਰਨਗੇ ਤਾਂ ਸਾਡੀ ਜਿਹੜੀ ਆਊਟਪੁੱਟ ਹੈ ਇਨਕਰੀਜ਼ ਨਹੀਂ ਹੋਊਗੀ, ਔਰ ਉਹ ਆਊਟਪੁੱਟ ਤਦ ਹੀ ਇਨਕਰੀਜ਼ ਹੋ ਸਕਦੀ ਹੈ ਅਗਰ ਡਿਵੈਲਪਮੈਂਟ ਹੋਵੇ ਵਰਕਰ ਦੀ। ਸੋ ਅਸੀਂ ਡਿਵੈਲਪਮੈਂਟ ਕਰਨੀ ਹੈ ਵਰਕਰ ਦੇ, ਉਹਨਾਂ ਨੂੰ ਟ੍ਰੇਨਿੰਗ ਵਗੈਰਾ ਦੇਣੀ ਹੈ, ਟਾਈਮ ਸਿਲੈਕਟ ਕਰਨਾ, ਸਾਇੰਟੀਫਿਕਲੀ ਸਿਲੈਕਟ ਕਰਨਾ, ਸਾਇੰਟੀਫਿਕਲੀ ਪਲੇਸਡ ਕਰਨਾ, ਸਾਇੰਟੀਫਿਕਲੀ ਡਿਵੈਲਪ ਕਰਨਾ। ਸਿਲੈਕਸ਼ਨ ਕਰਨ ਦਾ ਮਤਲਬ ਕੀ ਹੈ ਸਾਇੰਟੀਫਿਕਲੀ, ਕਿ ਅਸੀਂ ਉਸ ਪਰਸਨ ਨੂੰ ਸਿਲੈਕਟ ਕਰਨਾ ਜਿਹੜਾ ਉਸ ਜੋਬ ਲਈ ਕੁਆਲੀਫਾਈਡ ਹੋਵੇ। ਪਲੇਸਡ ਦਾ ਮਤਲਬ ਕੀ ਹੁੰਦਾ ਆ ਕਿ ਅਸੀਂ ਉਸਨੂੰ ਉਹੀ ਜੋਬ ਦੇਣੀ ਹੈ ਜਿਸ ਜੋਬ 'ਚ ਉਹਦਾ ਇੰਟਰਸਟ ਹੋਵੇ, ਜਿਸ ਜੋਬ ਨਾਲ ਰਿਲੇਟਡ ਉਹਦੀ ਕੁਆਲੀਫਿਕੇਸ਼ਨ ਹੋਵੇ। ਇਹ ਨਾ ਹੋਵੇ ਬੰਦੇ ਨੂੰ ਨੌਲੇਜ ਹੋਵੇ ਫਾਈਨਾਂਸ ਦੀ, ਉਹਨੂੰ ਮੈਂ HR ਮੈਨੇਜਰ ਬਣਾਤਾ ਹੋਵੇ,
ਠੀਕ ਹੈ। ਟਾਈਮ ਟੂ ਟਾਈਮ ਉਹਨੂੰ ਟ੍ਰੇਨਿੰਗ ਦਿਓ ਤਾਂ ਜੋ ਵਧੀਆ ਢੰਗ ਨਾਲ ਪਰਫੋਰਮ ਕਰ ਸਕੇ, ਆਪਣੀ ਡਿਵੈਲਪਮੈਂਟ ਕਰ ਸਕੇ। ਉਸ ਤੋਂ ਬਾਅਦ ਆ ਗਿਆ ਆਪਣੇ ਕੋਲ ਮੈਕਸੀਮਮ ਆਊਟਪੁੱਟ। ਮੈਕਸੀਮਮ ਆਊਟਪੁੱਟ ਦਾ ਮਤਲਬ ਕੀ ਹੁੰਦਾ ਕਿ ਮੈਂ ਓਲਡ ਮੈਥਡ ਆ ਜਿਹੜੇ ਪ੍ਰੋਡਕਸ਼ਨ ਦੇ ਉਹ ਖਤਮ ਕਰਨੇ ਆ, ਨਵੇਂ ਮੈਥਡ ਪ੍ਰੋਡਕਸ਼ਨ ਦੇ ਲੈ ਕੇ ਆਉਣੇ ਤਾਂ ਜੋ ਪ੍ਰੋਡਕਸ਼ਨ ਅਤੇ ਪ੍ਰੋਡਕਟਿਵਿਟੀ ਦੋਨੋਂ ਇਨਕਰੀਜ਼ ਹੋ ਸਕਣ। ਪ੍ਰੋਡਕਸ਼ਨ ਹੁੰਦਾ ਕਿ ਕੁਆਂਟਿਟੀ ਦੇ ਵਿੱਚ ਮਤਲਬ ਇਨਕਰੀਜ਼ ਹੋਣਾ, ਪਹਿਲਾਂ 100 ਬਣਾਉਂਦੇ ਸੀ, ਹੁਣ 200 ਬਣਾਉਣ ਲੱਗ ਗਏ, ਫਿਰ 300 ਬਣਾਉਣ ਲੱਗ ਗਏ। ਪ੍ਰੋਡਕਟਿਵਿਟੀ ਦਾ ਮਤਲਬ ਹੁੰਦਾ ਕੁਆਲਿਟੀ ਇੰਪਰੂਵ ਕਰਨੀ। ਡਿਸਟਰੀਬਿਊਸ਼ਨ ਆਫ ਵਰਕ ਦਾ ਮਤਲਬ ਕੀ ਆ ਕਿ ਜਿਹੜਾ ਵਰਕ ਆ ਉਹ ਮੈਂ ਹਰੇਕ ਵਰਕਰ ਅਤੇ ਮੈਨੇਜਮੈਂਟ 'ਚ ਪ੍ਰੋਪਰਲੀ ਡਿਵਾਈਡ ਕਰ ਦੇਣਾ, ਹਰੇਕ ਨੂੰ ਦੱਸ ਦੇਣਾ ਉਹਨੇ ਕਿਵੇਂ ਕਰਨਾ ਹੈ। ਫਿਰ ਸੁਪਰਵਾਈਜ਼ ਕਰਨਾ ਵਰਕਰ ਨੂੰ ਪ੍ਰੋਪਰ ਫਰੀਡਮ ਦੇਣਾ ਕਿ ਉਹ ਆਪਣੇ ਢੰਗ ਨਾਲ ਕੰਮ ਉਹ ਕਰ ਸਕੇ। ਠੀਕ ਆ, ਅੱਜ ਲਈ ਆਪਣਾ ਆਹੀ ਬਹੁਤ ਹੈ ਬਿਊਰੋਕਰੈਟਿਕ ਮੈਨੇਜਮੈਂਟ ਅਤੇ ਸਾਇੰਟੀਫਿਕ ਮੈਨੇਜਮੈਂਟ ਦੇ ਪ੍ਰਿੰਸੀਪਲ। ਅਗਲੇ 'ਚ ਆਪਾਂ ਐਲੀਮੈਂਟਸ ਕਰ